पंजाब पहला तो तुहाडा सारिਆਂ ਦਾ ਧੰਨਵਾਦ। ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਸਾਡੀ ਜਿਹੜੀ ਕਹਿਣਾ ਚਾਹ ਰਹੇ ਸੀ ਉਹ ਤਿੰਨ ਇਸ਼ੂ ਆ। ਪਹਿਲਾ ਇਸ਼ੂ ਸਾਡਾ ਜਿਹੜਾ ਹੈਗਾ ਪਿਛਲੇ ਦਿਨੀ ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਇੱਕ ਸਟੇਟਮੈਂਟ ਜਾਰੀ ਕਰਕੇ ਪ੍ਰੈਸ ਕਾਨਫਰੰਸ ਕਰਕੇ ਸਾਡੇ ਜਿਹੜੇ ਸੀਨੀਅਰ ਸਹਾਇਕਾਂ ਤੋਂ ਨਾਇਬ ਤਹਿਸੀਲਦਾਰ ਪ੍ਰਮੋਟ ਹੋ ਕੇ ਮੁਲਾਜ਼ਮ ਲੱਗੇ ਉਹਨਾਂ ਦੀ ਕਾਬਲੀਅਤ ਤੇ ਉਹਨਾਂ ਦੇ ਕੰਮ ਤੇ ਉਹਨਾਂ ਵੱਲੋਂ ਸਵਾਲ ਉਠਾਇਆ ਗਿਆ ਔਰ ਸਰਕਾਰ ਦੀ ਜਿਹੜਾ ਅਕਸ ਤੇ ਵੀ ਉਹਨਾਂ ਨੇ ਸਵਾਲ ਉਠਾਇਆ। तो दूसरा साडा इशू हैगा जिहड़ा हुण तक पंजाब सरकार वालों साड़ियां DC दफ्तर दीयां जिहड़ियां मंगां उन्हां ते जिहड़ा उन्हां दा रवैया हैगा एक वो। ते तीसरा साडा लास्ट जिहड़ा केंद्र सरकार दा साडा जिहड़ा पुरानी पेंशन स्कीम बहाली दे नाम ते जिहड़े उन्हां दे आर्थिक सलाहकारां वालों जो भंडी प्रचार किया जा रहा ਉਹਦੇ ਤੇ ਅਸੀਂ ਆਪਣਾ ਜਿਹੜਾ ਪੱਖ ਸਪਸ਼ਟ ਕਰਨਾ। ਖਾਸ ਕਰਕੇ ਜਿਹੜਾ ਸਾਡੇ ਲਈ ਸਾਡਾ ਮੰਨਣਾ ਹੈ ਕਿ ਜਿਹੜਾ NPS ਉਹ ਜਜੀਆ ਇਸੇ ਗੱਲ ਦਾ ਸਾਡੇ ਲਈ ਕਜ਼ੀਆ ਹੈ ਉਹ ਵੀ ਅਸੀਂ ਵਿਸਤਾਰ ਦੇ ਵਿੱਚ ਦੱਸਾਂਗੇ। ਪਹਿਲਾਂ ਸਾਡਾ ਜਿਹੜਾ ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਸਿੰਘ ਭੇੜਪੁਰਾ ਜੀ ਵੱਲੋਂ ਸਾਡੇ ਸਾਥੀ ਜਿਹੜੇ ਮਾਲ ਵਿਭਾਗ ਦੇ ਨੇ ਉਹਨਾਂ ਵੱਲੋਂ ਕਾਨਫਰੰਸ ਕਰਕੇ ਇਹ ਕਿਹਾ ਗਿਆ ਕਿ ਜਿਹੜੇ ਸੀਨੀਅਰ ਸਹਾਇਕਾਂ ਤੋਂ ਨਾਇਬ ਤਹਿਸੀਲਦਾਰ ਪ੍ਰਮੋਟ ਹੋ ਕੇ ਪਿਛਲੇ ਸਾਲਾਂ ਦੇ ਵਿੱਚ ਲੱਗੇ ਆ ਉਹਨਾਂ ਦੀ ਜਿਹੜੀ ਕਾਬਲੀਅਤ ਆ ਉਹਨਾਂ ਦੇ ਕਾਰਨ ਜਿਹੜਾ ਮਾਲ ਰਿਕਾਰਡ ਦੇ ਵਿੱਚ ਗੰਦ ਪੈ ਗਿਆ ਸ਼ਬਦ ਉਹਨਾਂ ਨੇ ਵਰਤਿਆ। ਅਸੀਂ ਉਹਦੇ ਲਈ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਜਿਹੜੇ ਸੀਨੀਅਰ ਸਹਾਇਕ ਨਾਇਬ ਤਹਿਸੀਲਦਾਰ ਲੱਗਦੇ ਨੇ ਜਿਹੜਾ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਪੇਪਰ 7 ਪੇਪਰ ਹੁੰਦੇ ਆ ਉਹ ਬਕਾਇਦਾ ਉਹ ਪਾਸ ਕਰਕੇ ਉਹੀ ਕਾਨੂੰਗੋਆਂ ਨੇ ਪਾਸ ਕਰਨੇ ਦੇ ਉਹੀ ਸੀਨੀਅਰ ਸਹਾਇਕਾਂ ਨੇ ਪਾਸ ਕਰਨੇ ਦੇ ਆ ਉਹ ਬਕਾਇਦਾ ਪੇਪਰ ਪਾਸ ਕਰਕੇ ਯੋਗ ਹੁੰਦੇ ਆ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਲਈ। ਤੇ ਅੱਗੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਨਾਂ ਦੀ ਸੀਨੀਅਰਟੀ ਜਿਹੜੀ ਜਿਹੜਾ ਸਾਨੂੰ ਕੋਟਾ ਮਿਲਿਆ ਕੋਟੇ ਤੋਂ ਜੇ ਅਬਵ ਸਾਡੇ ਬੰਦੇ ਜਾਂ ਕਾਨੂੰਗੋ ਲਾਏ ਗਏ ਤਾਂ ਉਹ ਪਿਛਲੇ 2-3 ਸਾਲਾਂ ਦੇ ਵਿੱਚ ਜਦੋਂ ਦਾ ਕਰੋਨਾ ਆਇਆ ਸੀ ਤਾਂ ਉਸ ਟਾਈਮ ਤੇ ਹਰ ਜਿਹੜੀ ਸਬ ਤਹਿਸੀਲ ਤੱਕ ਖਾਲੀ ਰੱਖਣੀ ਮੁਸ਼ਕਲ ਸੀ ਪਿਛਲੀ ਸਰਕਾਰ ਨੂੰ ਤਾਂ ਉਹਨਾਂ ਨੇ ਉਹ ਜਿਹੜੇ ਪੇਪਰ ਪਾਸ ਸੀ ਬਕਾਇਦਾ ਉਹਨਾਂ ਨੇ ਸਾਰੀਆਂ ਸੇਵਾ ਸ਼ਰਤਾਂ ਪੂਰੀਆਂ ਕਰਦੇ ਸੀ ਤੇ ਉਹਨਾਂ ਨੂੰ ਇਹ ਲਾਇਆ ਗਿਆ ਸੀ। ਉਹਨਾਂ ਨੇ ਦੂਸਰਾ ਸਵਾਲ ਉੱਤੇ ਉਠਾਇਆ ਸੀ ਕਿ ਇਹਨਾਂ ਦੀ ਟ੍ਰੇਨਿੰਗ ਪੀਰੀਅਡ ਨਹੀਂ ਲਾਇਆ ਗਿਆ। ਅੱਜ ਦੀ ਡੇਟ ਦੇ ਵਿੱਚ ਉਹ ਜਿੰਨਾ ਪੰਜਾਬ ਸਰਕਾਰ ਦਾ ਟ੍ਰੇਨਿੰਗ ਪੀਰੀਅਡ ਹੁੰਦਾ ਉਸ ਟ੍ਰੇਨਿੰਗ ਪੀਰੀਅਡ ਤੋਂ ਕਿਤੇ ਵੱਧ ਉਹ ਸਰਵਿਸ ਕਰ ਚੁੱਕੇ ਆ। ਉਹ ਸਾਥੀ ਸਾਡਾ ਇੱਕ ਵੀ ਅਜਿਹਾ ਮੁੱਦਾ ਸਾਡੇ ਸਾਹਮਣੇ ਨਹੀਂ ਲਿਆ ਸਕਿਆ ਜਾਂ ਪ੍ਰੈਸ ਦੇ ਜਾਂ ਲੋਕਾਂ ਦੇ ਕਿ ਜਿਹੜਾ ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪ੍ਰਮੋਟ ਹੋਇਆ ਉਹਨੇ ਕੀ ਗਲਤ ਕੀਤਾ, ਜਦ ਕਿ ਅਸੀਂ ਡਾਕੂਮੈਂਟਸ ਦੇ ਢੇਰ ਲਾ ਸਕਦੇ ਹਾਂ। ਉਹ ਇਹ ਕਿ ਅੱਜ ਜਿਹੜਾ ਮਾਲ ਵਿਭਾਗ ਦੀਆਂ ਜਿੰਨੀਆਂ ਮਾਲ ਦੀਆਂ ਅਦਾਲਤਾਂ ਨੇ ਜਿਹਦੇ ਵਿੱਚ ਕੋਈ ਹੈਗਾ ਜ਼ਿਮੀਂਦਾਰਾਂ ਦਾ ਕੋਈ ਝਗੜਾ ਜ਼ਮੀਨ ਦਾ ਚੱਲ ਰਿਹਾ ਜਾਂ ਉਹਦੇ ਅੱਗੇ ਜਾ ਕੇ ਉਸ ਝਗੜੇ ਦੇ ਕਾਰਨ ਕੋਈ ਲੜਾਈ ਝਗੜਾ ਹੋਇਆ ਆਪਸੀ ਭੈਣ ਭਰਾਵਾਂ ਦਾ ਦੋ ਭਰਾਵਾਂ ਦਾ ਆਂਢ ਗੁਆਂਢ ਦਾ ਵੱਟ ਸਾਂਝੀ ਦਾ ਜਾਂ ਉਹ ਜਿਹੜਾ ਵੀ ਹੋਇਆ ਉਹਦੇ ਵਿੱਚ ਬਹੁਤ ਸਾਰੇ ਕੇਸ ਜੁਡੀਸ਼ੀਅਲ ਦੇ ਵਿੱਚ ਵੀ ਅੱਜ ਆਏ ਨੇ ਜਿਹਦੇ ਵਿੱਚ ਕਈ ਕਤਲਾਂ ਦੇ ਵੀ ਹੋਏ ਨੇ 26 ਦੇ ਵੀ ਜਾਂ ਇਸ ਤਰ੍ਹਾਂ ਦੇ ਜਿਹੜੇ ਕੇਸ ਹੋਏ ਆ ਉਹ ਜ਼ਮੀਨੀ ਝਗੜੇ ਕਰਕੇ ਜਿਹੜੇ ਹੋਏ ਆ ਉਹ ਪਿਛਲੇ ਸਾਲਾਂ ਦੇ ਵਿੱਚ ਸਾਡੇ ਕੁਝ ਜਿਹੜੇ ਆਪਣਾ ਘਰ ਭਰਨਾ ਚਾਹੁੰਦੇ ਸੀ ਜਾਂ ਕਿਸੇ ਲਾਲਚ ਵਸ ਜਿਨ੍ਹਾਂ ਨੇ ਜਿਹੜਾ ਰਿਕਾਰਡ ਭੰਨ ਤੋੜ ਕੀਤੀ ਜਾਂ ਹਿੱਸੇ ਇੱਧਰ ਉੱਧਰ ਕਰਕੇ ਤੇ ਆਪਸੀ ਜਿਹੜਾ ਭਾਈਚਾਰਾ ਸੀ ਜ਼ਿਮੀਂਦਾਰਾਂ ਦਾ ਕਿਸਾਨਾਂ ਦਾ ਭੈਣ ਭਰਾਵਾਂ ਦਾ ਉਹ ਉਹਨਾਂ ਨੇ ਤੋੜਿਆ। ਤੇ ਅੱਜ ਜਿਹੜਾ ਉਹ ਕਾਨੂੰਗੋ ਜਿਹੜਾ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਜਿਹੜਾ ਸਾਡਾ ਮਾਲ ਵਿਭਾਗ ਦਾ DC ਦਫ਼ਤਰ ਦਾ ਕਲੈਰੀਕਲ ਤੇ ਫੀਲਡ ਸਟਾਫ ਆ ਪਟਵਾਰੀ ਤੇ ਕਾਨੂੰਗੋ ਜਿਹੜਾ ਉਹਨਾਂ ਦਾ ਪਿਛਲੇ ਲੰਮੇ ਸਮੇਂ ਤੋਂ ਭਾਈਚਾਰਕ ਸਾਂਝ ਚੱਲੀ ਆ ਰਹੀ ਸੀ ਉਹਨੂੰ ਉਹ ਤੋੜਨ ਦੀ ਕੋਸ਼ਿਸ਼ ਕੀਤੀ, ਉਹਨੂੰ ਇੱਕ ਚੈਲੰਜ ਕੀਤਾ ਸਿਰਫ ਇਸ ਲਈ ਕਿ ਉਹਦੀ ਆਪਣੀ ਨਿੱਜੀ ਪ੍ਰਮੋਸ਼ਨ ਆਉਣ ਵਾਲੀ ਆ ਉਸ ਦੇ ਲਾਲਚ ਵਸ ਆ ਕੇ ਉਹਨੇ ਸਾਡੇ ਸਾਥੀਆਂ 'ਤੇ ਇਹ ਸਵਾਲ ਉਠਾਇਆ। ਅਸੀਂ ਬਿਲਕੁਲ ਕਲੀਅਰ ਹੈਗੇ ਆ ਕਿ ਸਾਡੇ ਬੰਦੇ ਜਿਹੜੇ ਹੁਣ ਵੀ ਸਾਡੇ ਕੋਲ ਪੇਪਰ ਪਾਸ ਇੱਥੇ ਵੀ ਬੈਠੇ ਨੇ ਜਾਂ ਪੰਜਾਬ ਦੇ ਵਿੱਚ ਕੁਆਲੀਫਾਈਡ ਬੰਦੇ ਨੇ ਉਹ ਬਕਾਇਦਾ ਸਰਕਾਰ ਵੱਲੋਂ ਨਿਰਧਾਰਤ ਹਾਲਾਂਕਿ ਉਹਦੇ ਵਿੱਚ ਇੱਕ ਦੋ ਪੇਪਰਾਂ ਦੀ ਕਾਨੂੰਗੋ ਨੂੰ ਨਾਇਬ ਤਹਿਸੀਲਦਾਰ ਪ੍ਰਮੋਟ ਹੋਣ ਲਈ ਛੋਟ ਹੈਗੀ ਪਰ ਸਾਡੇ ਕਲੈਰੀਕਲ ਨੂੰ ਛੋਟ ਨਹੀਂ ਹੈਗੀ। ਉਹ ਵੀ ਇੱਕ ਪੱਖਪਾਤੀ ਆ ਜੋ ਚਲੋ ਇੱਕ ਕੋਰਟ ਦਾ ਵਿੱਚ ਵੀ ਜਾਣਾ ਸਾਡਾ ਅੱਗਾ ਬਣਦਾ ਹੈਗਾ। ਅੱਜ ਅਸੀਂ ਇਸ ਜਿਹੜੀ ਤੁਹਾਡੇ ਰਾਹੀਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਜਾਂ ਤਾਂ ਉਹ ਆਪਣੇ ਸ਼ਬਦ ਵਾਪਸ ਲੈਣ ਜਾਂ ਉਹ ਮਾਫੀ ਮੰਗਣ। ਨਹੀਂ ਸਾਡੇ ਕੋਲ ਦੋ ਰਸਤੇ ਅੱਗੇ ਵੱਜਦੇ ਹੈਗੇ ਜਾਂ ਤਾਂ ਅਸੀਂ ਇਹਦਾ ਕਾਨੂੰਨੀ ਸਹਾਰਾ ਵੀ ਲਵਾਂਗੇ ਤੇ ਨਾਲ ਆਪਣਾ ਜਿਹੜਾ ਯੂਨੀਅਨ ਦਾ ਜਿਹੜਾ ਸਾਡਾ ਅੱਗੇ ਐਕਸ਼ਨ ਬਣਦਾ ਉਹ ਵੀ ਅਸੀਂ ਲਵਾਂਗੇ। ਦੂਸਰਾ ਜਿਹੜਾ ਪੰਜਾਬ ਸਰਕਾਰ ਦਾ ਹੁਣ ਤੱਕ ਦਾ ਹੈਗਾ ਸਾਡੇ ਬਹੁਤ ਸਾਰੇ ਪੇਪਰ ਪਾਸ ਕਰਕੇ ਸੀਨੀਅਰ ਸਹਾਇਕ ਬੈਠੇ ਨੇ ਉਹਨਾਂ ਨੂੰ ਪੋਸਟਾਂ ਖਾਲੀ ਹੋ ਰਹੀਆਂ ਨੇ। ਅੱਗੇ PCS ਪ੍ਰਮੋਟ ਰਹਿੰਦੇ 54 ਦੇ ਕਰੀਬ ਪੋਸਟਾਂ ਸਾਡੀਆਂ ਤਹਿਸੀਲਦਾਰਾਂ DRO ਤੋਂ PCS ਪ੍ਰਮੋਟ ਹੋਣ ਵਾਲੇ ਨੇ ਉਹਨਾਂ ਤੋਂ ਅੱਗੇ ਜਿਹੜੇ IS ਬਣਨ ਵਾਲੇ ਨੇ। ਇਸੇ ਤਰ੍ਹਾਂ ਜਿਹੜੀਆਂ ਪੋਸਟਾਂ ਖਾਲੀ ਹੋਣ ਤੇ ਸਾਡੇ ਸਾਥੀ ਜਿਹੜੇ ਆ ਉਹ ਨਾਇਬ ਤਹਿਸੀਲਦਾਰ ਵੀ ਬਣਨੇ ਆ ਤੇ ਸੁਪਰਡੈਂਟ ਮਾਲ ਦੇ ਵਿੱਚੋਂ ਤਹਿਸੀਲਦਾਰ ਵੀ ਬਣਨੇ ਆ। ਉਹ ਅਸੀਂ ਸਰਕਾਰ ਨੂੰ ਪੁਰਜ਼ੋਰ ਇੱਥੋਂ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਜਿਹੜਾ ਸਾਡਾ ਪ੍ਰਮੋਸ਼ਨਾਂ ਦਾ ਕਿਉਂਕਿ
ਕੱਲੀਆਂ ਪ੍ਰਮੋਸ਼ਨਾਂ ਇਹੀ ਨਹੀਂ, ਸਾਡੀਆਂ ਪ੍ਰਮੋਸ਼ਨਾਂ ਸੁਪਰਡੈਂਟ ਗ੍ਰੇਡ 1 ਦੀਆਂ ਵੀ 3 ਡਿਵੀਜ਼ਨਾਂ ਦੇ ਵਿੱਚ ਖਾਲੀ ਪਈਆਂ। ਸੁਪਰਡੈਂਟ ਗ੍ਰੇਡ 2 ਤੇ ਪਿਛਲੇ 1.5 ਸਾਲ ਤੋਂ ਪੰਜਾਬ ਸਰਕਾਰ ਨੇ ਰੋਕ ਲਾਈ ਹੋਈ ਆ। ਸੀਨੀਅਰ ਸਹਾਇਕ ਜਿਹੜੇ ਜੂਨੀਅਰ ਸਹਾਇਕਾਂ ਤੋਂ ਬਣਨੇ ਆ ਉਹਨਾਂ ਤੇ ਪੰਜਾਬ ਸਰਕਾਰ ਨੇ ਰੋਕ ਲਾਈ ਹੋਈ ਆ, ਉਹ ਨਹੀਂ ਪ੍ਰਮੋਟ ਹੋ ਰਹੇ। ਪੰਜਾਬ ਸਰਕਾਰ ਦਾ ਜਿਹੜਾ ਰਵੱਈਆ ਇਸ ਟਾਈਮ ਤੇ ਹੈਗਾ, ਅਸੀਂ ਪਿਛਲੀ ਸਰਕਾਰ ਨਾਲ ਜਦੋਂ ਕੰਪੇਅਰ ਕਰਦੇ ਹਾਂ ਕਿ ਕਾਂਗਰਸ ਸਰਕਾਰ ਸੀ ਤਾਂ ਉਹਨਾਂ ਨੇ ਸਾਡੀਆਂ ਜਿਹੜੀਆਂ DC ਦਫ਼ਤਰਾਂ ਦੀਆਂ ਪੋਸਟਾਂ ਸੀ ਪੁਨਰਗਠਨ ਦੇ ਨਾਂ ਤੇ ਤਕਰੀਬਨ 132 ਸੀਨੀਅਰ ਸਹਾਇਕਾਂ ਦੀਆਂ ਤੇ 227 ਕਲਰਕਾਂ ਦੀਆਂ ਪੋਸਟਾਂ ਸਾਡੀਆਂ ਖਤਮ ਕਰ ਦਿੱਤੀਆਂ, ਜਿਹਦੇ ਵਿੱਚ 4 ਬ੍ਰਾਂਚਾਂ ਅਹਿਮ ਸੀ DC ਦਫ਼ਤਰਾਂ ਦੀਆਂ ਜਿਹੜੀਆਂ ਖਤਮ ਕੀਤੀਆਂ। ਉਹਦੇ ਵਿੱਚ ਖਾਸ ਕਰਕੇ ਇਹ ਗੱਲ ਸੀ ਕਿ ਇੱਕ ਬ੍ਰਾਂਚ ਜਿਹੜੀ ਸਾਡੀ ਸ਼ਹਿਰੀ ਹਲਕਿਆਂ ਨੂੰ ਡੀਲ ਕਰਦੀ ਸੀ, ਸ਼ਹਿਰੀ ਖੇਤਰ ਨੂੰ ਡੀਲ ਕਰਦੀ ਸੀ, ਉਹਦੇ 'ਚ ADC UD ਦੀ ਪੋਸਟ ਕ੍ਰੀਏਟ ਕੀਤੀ, ਸਾਡੀ ਬ੍ਰਾਂਚ ਖਤਮ ਕਰ ਦਿੱਤੀ। ਨਵੀਂ ਸਰਕਾਰ ਨੇ ਆ ਕੇ ADC UD ਦੀ ਪੋਸਟ ਖਤਮ ਕਰ ਦਿੱਤੀ, ਪਰ ਸਾਡੀ ਜਿਹੜੀ ਬ੍ਰਾਂਚ ਆ ਉਹ ਬਹਾਲ ਨਹੀਂ ਕੀਤੀ। ਉਹ ਕੰਮ ਸਾਡੇ ਦੂਸਰੇ ਸਾਥੀਆਂ ਨੂੰ ਕਰਨਾ ਪੈ ਰਿਹਾ। ਤੁਹਾਨੂੰ ਹੈਰਾਨਗੀ ਹੋਊਗੀ ਇਸ ਟਾਈਮ ਤੇ ਪੰਜਾਬ ਦੇ ਵਿੱਚ ਸਭ ਤੋਂ ਅਹਿਮ ਪੋਸਟ ਜੇ ਪ੍ਰਸ਼ਾਸਨ 'ਚ ਮੰਨਦੇ ਤੇ DC ਦੀ ਮੰਨਦੇ ਆ, DC ਦੇ ਨਾਲ ਇੱਕ ਵੀ ਰੀਡਰ ਦੀ ਪੋਸਟ ਸੈਂਕਸ਼ਨ ਨਹੀਂ ਹੈਗੀ ਸਾਰੇ ਪੰਜਾਬ ਦੇ ਵਿੱਚ। ਸਿਰਫ ਪੇਸ਼ੀ ਸਹਾਇਕ ਦੀ ਪੋਸਟ ਮਨਜ਼ੂਰ ਆ ਤੇ ਪੇਸ਼ੀ ਸਹਾਇਕ ਤੋਂ ਹੀ ਰੀਡਰ ਦਾ ਕੰਮ ਲਿਆ ਜਾ ਰਿਹਾ। ਹੋਰ ਸਾਰੇ ਪੋਸਟਾਂ ਦੇ ਨਾਲ ADC ਦੇ ਨਾਲ, SDM ਦੇ ਨਾਲ, ਤਹਿਸੀਲਦਾਰ, DRO ਤੇ ਨਾਇਬ ਤਹਿਸੀਲਦਾਰ ਤੱਕ ਨਾਲ ਰੀਡਰ ਦੀ ਪੋਸਟ ਹੈਗੀ, ਪਰ DC ਦੇ ਨਾਲ ਰੀਡਰ ਦੀ ਪੋਸਟ ਹੈ ਨਹੀਂ। ਜਦ ਕਿ ਅਸੀਂ ਮੰਗ ਕਰਦੇ ਸੀ ਕਿ ਜਿਹੜੀ ਤਹਿਸੀਲ ਆ ਉੱਥੇ ਲਗਭਗ 14 ਪੋਸਟਾਂ ਕਲਰਕਾਂ ਦੀਆਂ ਤੇ ਜਿਹੜੀ ਸਮਰੱਥਾ ਇੱਕ ਸੁਪਰਵਿਜ਼ਨ ਦੀ ਉਹ 5 ਜਾਂ 7 ਬਾਊਆਂ ਤੱਕ ਹੋ ਸਕਦੀ ਹੈ ਸੀਨੀਅਰ ਅਸਿਸਟੈਂਟ ਸੁਪਰਡੈਂਟ ਦੀ। ਉੱਥੇ ਘੱਟੋ ਘੱਟ 2 ਸੀਨੀਅਰ ਅਸਿਸਟੈਂਟ ਦੀਆਂ ਤੇ 1 ਸੁਪਰਡੈਂਟ ਦੀ ਪੋਸਟ ਚਾਹੀਦੀ ਸੀ। ਤੇ ਜਿਹੜੀ DC ਦਫ਼ਤਰ ਦੀ DC ਦੀ ਆਪਦੀ ਪੇਸ਼ੀ ਬ੍ਰਾਂਚ ਉੱਥੇ ਰੀਡਰ ਦੇ ਨਾਲ ਵੱਖਰੀ 1 ਸੁਪਰਡੈਂਟ ਦੀ ਪੋਸਟ ਚਾਹੀਦੀ ਸੀ। ਇਹ ਸਾਡੀਆਂ ਮੰਗਾਂ ਸੀ। ਇਹਦੇ ਤੇ ਪੰਜਾਬ ਸਰਕਾਰ ਵੱਲੋਂ ਨਾ ਤਾਂ ਉਹ ਜਿਹੜਾ ਪਿਛਲੀ ਸਰਕਾਰ ਨੇ ਪੁਨਰਗਠਨ ਗਲਤ ਕੀਤਾ ਸੀ ਉਹਨੂੰ ਰਿਵਿਊ ਕਰਨ ਦਾ ਹਜੇ ਤੱਕ ਫੈਸਲਾ ਕੀਤਾ, ਤੇ ਨਾ ਹੀ ਜਿਹੜਾ ਪੁਰਾਣੀ ਨੇ ਸਾਡੀਆਂ ਸਬ ਡਿਵੀਜ਼ਨਾਂ ਸੀ ਉਹਨਾਂ ਦੇ ਵਿੱਚ ਜਿਹੜਾ 1995 ਦਾ ਨੋਰਮ ਸੀ ਉਹਦੇ ਮੁਤਾਬਕ ਸਾਨੂੰ ਹਜੇ ਤੱਕ ਪੋਸਟਾਂ ਬਹਾਲ ਕਰਕੇ ਦਿੱਤੀਆਂ। ਤੁਸੀਂ ਹੈਰਾਨ ਹੋਵੋਗੇ ਕਿ ਇੱਕ ਮੈਂ ਐਗਜ਼ਾਮਪਲ ਦੇ ਦਿਆਂ ਫਰੀਦਕੋਟ ਜ਼ਿਲ੍ਹੇ ਦੀ, ਜਿੱਥੇ ਜੇ 114 ਕਲਰਕ ਚਾਹੀਦੇ ਆ ਤਾਂ ਸਦਰ ਦਫ਼ਤਰ ਲਈ ਸਮੇਤ, ਤੇ ਉੱਥੇ ਸਿਰਫ ਉਹਨਾਂ ਵੱਲੋਂ 54 ਪੋਸਟਾਂ ਦਿੱਤੀਆਂ ਗਈਆਂ, ਜਦ ਕਿ ਨੋਰਮ 'ਚ ਵੀ 57। ਤੇ ਉਹ ਅਸੀਂ ਕੰਮ ਉੱਥੇ ਕਿਵੇਂ ਚਲਾਵਾਂਗੇ? ਬਰਨਾਲਾ ਮਲੇਰਕੋਟਲਾ ਨਵਾਂ ਬਣਿਆ, ਉੱਥੇ ਵੀ ਜੇ ਪੋਸਟਾਂ ਦਿੱਤੀਆਂ ਤਾਂ ਉੱਥੇ ਸਾਨੂੰ ਸਟਾਫ ਹਜੇ ਤੱਕ ਪੂਰਾ ਨਹੀਂ ਮਿਲਿਆ। ਜਿਹੜਾ ਚੌਥਾ ਸਾਡਾ ਇਹਦੇ ਵਿੱਚ ਹੀ ਆ ਜਾਂਦਾ ਸਾਡਾ ਜਿਹੜਾ ਕੋਟਾ ਹੁਣ ਤੱਕ ਸਾਨੂੰ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਦਾ ਮਿਲਿਆ ਹੋਇਆ ਉਹ 3% ਆ, ਜਦ ਕਿ ਪਹਿਲਾਂ ਸਾਡਾ DRA ਦਾ ਅਲੱਗ 2% ਸੀ ਤੇ ਆਲ ਅਸਿਸਟੈਂਟ ਲਈ 3% ਅਲੱਗ ਸੀ, 5% ਸੀ। ਪਰ ਪਿਛਲੀ ਸਰਕਾਰ ਜਾਂਦੇ ਜਾਂਦੇ ਜਿਹੜਾ ਨਾਇਬ ਤਹਿਸੀਲਦਾਰਾਂ ਦੇ ਰੂਲ ਦੁਆਰਾ ਜਦੋਂ ਉਹਨਾਂ ਨੇ ਨਿਰਧਾਰਿਤ ਕੀਤੇ 2019 ਦੇ ਵਿੱਚ, ਤਾਂ ਸਾਡਾ ਉਹ 2% ਕੋਟਾ ਫੀਲਡ ਸਟਾਫ ਨੂੰ ਦੇ ਦਿੱਤਾ ਗਿਆ DRA ਵਾਲਾ। ਉਹ ਸਾਡੀ ਮੰਗ ਜਿਹੜੀ ਹੈਗੀ ਸੀ ਕਿ ਜੇ ਕਾਨੂੰਗੋਜ਼ ਨੂੰ 47% ਤੋਂ 50% ਕਰ ਦਿੱਤਾ ਤੇ 3% ਸਾਡਾ ਤੇ 47% ਡਾਇਰੈਕਟ ਕੋਟੇ ਦਾ ਹੈਗਾ, ਜਿਹੜਾ ਕਿ ਡਾਇਰੈਕਟ ਕੋਟੇ ਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਡਾਇਰੈਕਟ ਕੋਟਾ ਭਰ ਲਈ ਨਾਇਬ ਤਹਿਸੀਲਦਾਰ ਦਾ ਪੇਪਰ ਲਿਆ ਗਿਆ ਸੀ, ਉਹ ਵੀ ਹਜੇ ਸਵਾਲਾਂ ਦੇ ਘੇਰੇ ਦੇ ਵਿੱਚ, ਉਹ ਪੂਰਾ ਹੋਊਗਾ ਕਿ ਨਹੀਂ ਹੋਊਗਾ ਹਜੇ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸਰਕਾਰ ਉਹਦੇ ਬਾਰੇ ਕੀ ਕਰਦੀ ਆ। ਪਰ ਉਹ ਪੋਸਟਾਂ ਖਾਲੀ ਆ, ਉਹ ਸਾਡੇ ਬੰਦੇ ਪ੍ਰਮੋਟ ਕਰਨ, ਤੇ ਜਿਹੜੇ ਸਾਡੇ ਬੰਦੇ ਐਲੀਜੀਬਲ ਨੇ ਜਾਂ ਐਲੀਜੀਬਲ ਹੋਣਾ ਚਾਹੁੰਦੇ ਉਹਨਾਂ ਦੇ ਪੇਪਰ ਨਾਲ ਦੀ ਨਾਲ ਲੈ ਕੇ ਸਾਡਾ ਕੋਟਾ ਪੂਰਾ ਪ੍ਰੋਪਰ ਜਿਹੜਾ ਹੈਗਾ 25% ਘੱਟੋ ਘੱਟ ਸਾਡਾ ਜਿਹੜਾ ਉਹਨਾਂ ਨੇ ਮੰਨਿਆ ਹੋਇਆ, ਅਸੀਂ 50% ਦੀ ਸਾਡੀ ਮੰਗ ਆ ਵੀ ਸਾਡਾ 50% ਕੋਟਾ ਕੀਤਾ ਜਾਵੇ। ਕਾਨੂੰਗੋ ਜਿਹੜੇ ਹੈਗੇ ਆ ਉਹਨਾਂ ਨੇ ਇੰਨੇ ਪੇਪਰ ਨਹੀਂ ਪਾਸ ਕੀਤੇ ਜਿੰਨੇ ਸਾਡੇ ਸੀਨੀਅਰ ਸਹਾਇਕ ਯੋਗ ਹੈਗੇ ਨੇ ਜਿਨ੍ਹਾਂ ਨੇ ਪੇਪਰ ਪਾਸ ਕੀਤੇ ਆ ਤੇ ਪੇਪਰ ਪਾਸ ਕਰ ਸਕਦੇ ਆ। ਜਿੱਥੋਂ ਤੱਕ ਉਹਨਾਂ ਦੇ ਤਜਰਬੇ ਦੀ ਗੱਲ ਆ, ਤਜਰਬਾ ਉਹਨਾਂ ਦਾ ਇਹ ਕਹਿੰਦਾ ਕਿ ਅੱਜ ਤੱਕ ਕੋਈ ਉਹਨਾਂ 'ਤੇ ਕੁਐਸਚਨ ਨਹੀਂ ਆਇਆ। ਜੇ ਇੱਕ ਸਾਡੇ ਸੀਨੀਅਰ ਸਹਾਇਕ ਤੋਂ ਪ੍ਰਮੋਟ ਹੋਏ ਨਾਇਬ ਤਹਿਸੀਲਦਾਰ ਦੇ ਪਿਛਲੇ ਸਾਲ ਮਾਲਪੁਰ ਦੇ ਵਿੱਚ ਸੰਦੀਪ ਕੁਮਾਰ 'ਤੇ ਜੇ ਕੋਈ ਕੁਐਸਚਨ ਉਠਾਇਆ ਸੀ ਵਿਜੀਲੈਂਸ ਵੱਲੋਂ, ਤਾਂ ਉਹ ਪਰਚਾ ਵਾਪਸ ਹੋਇਆ ਔਰ ਉਲਟਾ ਜਿਹੜੇ ਵਿਜੀਲੈਂਸ ਵਾਲੇ ਉਹਨੂੰ ਅਰੈਸਟ ਕਰਨ ਵਾਲੇ, ਸਾਡੇ ਰਜਿਸਟਰੀ ਕਲਰਕ ਨੂੰ ਅਰੈਸਟ ਕਰਨ ਵਾਲੇ ਸੀ, ਉਹਨਾਂ 'ਤੇ ਕਾਰਵਾਈ ਕਰਨ ਲਈ ਉਹ ਸਰਕਾਰ ਵੱਲੋਂ ਲਿਖਿਆ ਆ। ਉਹ ਵੀ ਹਜੇ ਇਨਕੁਆਇਰੀ ਜਿਹੜੀ ਉਹਨਾਂ 'ਤੇ ਵਿਜੀਲੈਂਸ ਵਾਲਿਆਂ 'ਤੇ ਉਲਟਾ ਜਿਹੜੀ ਹੈਗੀ ਆ ਕਮਿਸ਼ਨਰ ਜਲੰਧਰ ਕੋਲੇ ਪੈਂਡਿੰਗ ਪਈ। ਸਾਡੇ ਹੋਰ ਕਿਸੇ ਸੀਨੀਅਰ ਅਸਿਸਟੈਂਟ ਤੋਂ ਪ੍ਰਮੋਟ ਨਾਇਬ ਤਹਿਸੀਲਦਾਰ ਤੇ ਅੱਜ ਤੱਕ ਕੁਐਸਚਨ ਨਹੀਂ ਆਇਆ। ਜਿਹੜਾ ਤੀਜਾ ਸਾਡਾ ਲਾਸਟ ਹੈਗਾ ਉਹ ਇਹ ਹੈਗਾ ਕਿ ਸਾਡੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਲ ਕਰ ਰਿਹਾ ਜਾਂ ਇੱਥੋਂ ਦਾ ਇਹਨਾਂ ਨੇ ਅਨਾਊਂਸਮੈਂਟ ਕੀਤੀ ਆ, ਉਹਦੇ ਵਿੱਚ ਹੋਰ ਸਟੇਟਾਂ ਨੇ ਵੀ ਕੀਤੀ ਆ, ਪਰੰਤੂ ਹੈਰਾਨਗੀ ਦੀ ਗੱਲ ਆ, ਸਵਾਲ ਇਹ ਹੈ ਕਿ ਜਿਹੜਾ ਉੱਥੇ ਫੰਡ ਸਾਡੀ ਜਿਹੜੀ ਕੇਂਦਰ ਸਰਕਾਰ ਦੀ ਏਜੰਸੀ ਸਾਡੀ NPS ਤਹਿਤ ਕੱਟ ਰਹੀ ਆ, ਜਿਹੜਾ ਜਾ ਰਿਹਾ, ਉਹਦੇ ਕੋਲੋਂ ਜੇ ਸਰਕਾਰ ਵਾਪਸ ਨਹੀਂ ਲੈ ਸਕਦੀ ਇੱਕ, ਤੇ ਉੱਥੇ ਇੱਕ ਮੁਲਾਜ਼ਮ ਜਿਹੜਾ 2004 ਤੋਂ ਬਾਅਦ ਭਰਤੀ ਉਹ ਕਿਵੇਂ ਵਾਪਸ ਲੈ ਲੂਗਾ? ਕੁਐਸਚਨ ਇਹ ਆ। ਅੱਜ ਕੇਂਦਰ ਸਰਕਾਰ ਦੇ ਜਿਹੜੇ ਆਰਥਿਕ ਮਾਹਰ ਇੱਕ ਭਾਵੇਂ ਇਹ ਕਹਿ ਰਹੇ ਆ ਕਿ ਇਹ ਖਤਰਨਾਕ ਆ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਹੈ, ਅਸੀਂ ਕਹਿੰਦੇ ਜਿਹੜੀ NPS ਇੱਕ ਜਜ਼ੀਆ
ਤੇ ਇਹ ਸਾਡੇ ਲਈ ਇਹੋ ਇੱਕ ਕਜੀਆ। ਕਿਉਂ? ਕਿਉਂਕਿ NPS ਦੇ ਵਿੱਚ ਤਹਿਤ ਕੱਟਿਆ ਪੈਸਾ ਸਾਡੇ ਮੁਲਾਜ਼ਮ ਨੂੰ ਵਾਪਸ ਨਹੀਂ ਆ ਰਿਹਾ। ਜਿਹੜਾ ਉਹਨਾਂ ਨੇ ਸ਼ੇਅਰ ਰੱਖਿਆ 60-40 ਦਾ, ਉਹਦੇ ਵਿੱਚੋਂ ਵੀ ਜਿਹੜਾ ਉਹਨਾਂ ਨੇ ਇੱਕ ਸ਼ੇਅਰ ਦੇ ਕੇ ਦੂਜੇ ਤੇ ਪੈਨਸ਼ਨ ਦੇਣੀ ਆ। ਤੇ ਤੁਸੀਂ ਆਦਮੀ ਦੀ ਇੱਕ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਸਰਕਾਰ ਦੇ ਅੰਕੜੇ ਕਹਿੰਦੇ ਕਿ 72-74 ਸਾਲ ਤੱਕ ਉਮਰ ਗਿਣੀ ਜਾਂਦੀ, ਜੇ ਅਸੀਂ 58 ਸਾਲ ਤੋਂ ਰਿਟਾਇਰ ਹੋ ਕੇ 14 ਸਾਲ ਤੱਕ ਜੇ ਲੈਣੀ ਆ ਤਾਂ ਸਾਡਾ ਜਿਹੜਾ ਪੈਸਾ ਕੱਟਿਆ ਉਹੀ ਵਾਪਸ ਨਹੀਂ ਹੋਣਾ। ਜਿਹੜਾ ਇੰਟਰਸਟ ਆ ਉਹ ਤਾਂ ਵੱਖਰੀ ਗੱਲ ਜੇ ਨਵੀਂ ਪੈਨਸ਼ਨ ਸਕੀਮ 'ਚ ਗੱਲ ਕਰਦੇ ਆ। ਤੇ ਦੂਸਰਾ, ਇਹਦੀ ਜਿਹੜੀ ਏਜੰਸੀ ਆ ਉਹ ਬਿਲਕੁਲ ਇੱਕ ਤਾਨਾਸ਼ਾਹ ਵਾਂਗੂ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਕਿ ਉਹ ਕਿਸੇ ਦਾ ਪੈਸਾ ਸਟੇਟ ਦਾ ਮੋੜਨਾ ਹੀ ਨਹੀਂ ਚਾਹੁੰਦੇ। ਉਹਨਾਂ ਕਿਉਂ? ਕਾਰਨ ਕੀ? ਕਿ ਉਹਨਾਂ ਨੇ ਮਾਰਕੀਟ ਦੇ ਵਿੱਚ ਪੈਸਾ ਲਗਾ ਦਿੱਤਾ ਤੇ ਮਾਰਕੀਟ ਜਿਹੜੇ ਉਹਨਾਂ ਦੇ ਚਹੇਤੇ ਨੇ, ਜਿਹੜੇ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਕਾਰਪੋਰੇਟਸ ਘਰਾਣਿਆਂ ਨੂੰ, ਉਹ ਪੈਸਾ ਜਿਹੜਾ ਉਹ ਸਾਡਾ ਪੈਸਾ ਆਉਣ ਦੀ ਉਮੀਦ ਵਾਪਸ ਨਹੀਂ। ਇਸ ਕਰਕੇ ਅਸੀਂ ਕਹਿ ਰਹੇ ਕਿ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਣੀ ਚਾਹੀਦੀ, ਜਿਹਦੇ ਵਿੱਚ ਸਾਡੇ ਹਰ ਮੁਲਾਜ਼ਮ ਦਾ ਜਿਹੜਾ ਭਵਿੱਖ ਆ ਉਹ ਸੁਰੱਖਿਅਤ ਰਹੇਗਾ ਤੇ ਕੇਂਦਰ ਸਰਕਾਰ ਦੇ ਜਿਹੜੇ ਆਰਥਿਕ ਮਾਰ ਜਾਂ ਉਹਨਾਂ ਦੇ ਜੋ ਵੀ ਲੋਕ ਹੈਗੇ ਇਸ ਚੀਜ਼ ਤੋਂ ਬਾਜ਼ ਆ ਜਾਣ ਕਿ ਉਹ ਇਸ ਦਾ ਗਲਤ ਪ੍ਰਚਾਰ ਕਰ ਰਹੇ ਕਿ ਇਹ ਖਤਰਨਾਕ ਆ। ਅਸੀਂ ਕਹਿੰਦੇ ਸਾਡੇ ਮੁਲਾਜ਼ਮ ਲਿਖ ਕੇ ਦੇਣ ਨੂੰ ਕਰੇ, ਸਾਡੇ ਲਈ ਗਰੰਟੀ ਇਹ ਆ ਕਿ ਸਾਡਾ ਫਿਊਚਰ ਇਹਦੇ ਨਾਲ ਤਾਂ ਹੀ ਭਵਿੱਖ ਸਾਡਾ ਸੁਰੱਖਿਅਤ ਰਹਿ ਸਕਦਾ ਜੇ ਸਾਡੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੁੰਦੀ ਹੈ। ਤੁਸੀਂ ਗੱਲ ਕੀਤੀ ਹੈ ਪੁਰਾਣੀ ਪੈਨਸ਼ਨ ਦੀ, ਪਹਿਲਾਂ ਵੀ ਤੁਹਾਡਾ ਸੰਘਰਸ਼ ਚੱਲਦਾ ਰਿਹਾ, ਜਿਹੜੀਆਂ ਲਾਸਟ ਵਾਲੀਆਂ 2 ਮੰਗਾਂ ਦੀ ਆਪਾਂ ਗੱਲ ਕਰਦੇ। ਹਾਂਜੀ, ਹੁਣ ਤੁਹਾਡੀ ਇਹ ਗੱਲ ਸਟੇਜ ਸਰਕਾਰ ਨਾਲ ਕਿੱਥੇ ਜੇ ਖੜੀ ਹੈ? ਤੁਹਾਡੀ ਉਹਦੀ ਰਣਨੀਤੀ ਕੀ ਹੈ? ਸੰਘਰਸ਼ ਦੇ ਰਾਹ ਪਾਉਂਗੇ ਜਾਂ ਕੋਰਟ ਦੇ ਵਿੱਚ ਜਾਓਗੇ? ਕੀ ਹੈ? ਅਸੀਂ ਹੁਣ ਤੱਕ ਜਿਹੜਾ ਪਿਛਲੀ ਸਰਕਾਰ ਵਾਂਗੂ ਨਵੀਂ ਸਰਕਾਰ ਨੂੰ ਨੋਟਿਸ ਦੇਈ ਗਏ ਆ। ਨੋਟਿਸ ਬਹੁਤ ਦੇ ਲਏ ਆ, ਹਰ 15ਵੇਂ ਦਿਨ ਮਹੀਨੇ ਬਾਅਦ ਉਹਨਾਂ ਨੂੰ ਨੋਟਿਸ ਦੇ ਰਹੇ ਆ ਵੀ ਸਾਡੀਆਂ ਇਹਨਾਂ ਮੰਗਾਂ 'ਤੇ ਪੂਰਾ ਕਰੋ। ਹਲਕੇ ਫੁਲਕੇ ਅਸੀਂ ਐਕਸ਼ਨ ਵੀ ਕੀਤੇ ਆ। ਹੁਣ ਅਸੀਂ ਕਮਿਸ਼ਨਰ ਰਾਹੀਂ ਮੰਗ ਪੱਤਰ ਵੀ ਦੇ ਰਹੇ ਹਾਂ। ਅਗਲਾ ਐਕਸ਼ਨ ਸਾਡਾ ਇਹ ਹੈਗਾ ਕਿ ਅਸੀਂ ਫਿਰ 30-31 ਜਨਵਰੀ ਨੂੰ ਅੱਧੇ ਦਿਨ ਲਈ ਕੰਮ ਬੰਦ ਕਰਾਂਗੇ। ਇੱਕ ਵਾਰੀ ਸੰਕੇਤਕ ਜਾਂ ਸਿੰਬੋਲਿਕ ਤੌਰ 'ਤੇ ਪੰਜਾਬ ਸਰਕਾਰ ਨੂੰ ਇਹ ਤੇ ਕੇਂਦਰ ਸਰਕਾਰ ਨੂੰ ਵੀ ਇਹ ਅਸੀਂ ਮਤਲਬ ਆਪਣਾ ਜਿਹੜਾ ਰੋਸ ਹੈਗਾ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਜੇਕਰ ਇਸ ਵਿਚਕਾਰ ਸਾਡੇ ਨਾਲ ਕੋਈ ਸਰਕਾਰ ਮੀਟਿੰਗ ਜਾਂ ਕੋਈ ਅੱਗੇ ਗੱਲਬਾਤ ਨਹੀਂ ਆਉਂਦੀ ਤਾਂ ਫਿਰ ਅਸੀਂ ਜਿਹੜਾ ਪਹਿਲਾਂ ਮੁਕੰਮਲ ਕੰਮ ਬੰਦ ਵੱਲ ਵੀ ਵਧਾਂਗੇ। ਜਿਹੜੇ ਤੁਹਾਡੇ ਉਂਗਲ ਉਠਾਈ ਗਈ ਹੈ ਕੰਮਕਾਜ ਨੂੰ ਲੈ ਕੇ, ਤੁਸੀਂ ਕਿਹਾ ਕਿ ਅਸੀਂ ਕੋਰਟ 'ਚ ਜਾਵਾਂਗੇ ਜਾਂ ਮਾਣਹਾਨੀ ਕਰਾਂਗੇ, ਕਾਰਨ ਕੀ ਲੱਗਦਾ? ਕਿਉਂਕਿ ਹੁਣ ਤੱਕ ਤੁਸੀਂ ਇੱਕ ਫਰੰਟ 'ਤੇ ਸਰਕਾਰ ਖਿਲਾਫ ਲੜਦੇ ਰਹੇ ਹੋ। ਕਾਰਨ ਉਹਦੇ ਵਿੱਚ ਨਿੱਜੀ ਕਾਰਨ ਉਸ ਸ਼ਖਸ ਦੇ ਹੋ ਸਕਦੇ ਕਿ ਉਹਦੀ ਰਿਟਾਇਰਮੈਂਟ ਜੂਨ ਦੇ ਵਿੱਚ ਆ ਤੇ ਉਹਦਾ ਪ੍ਰਮੋਸ਼ਨ ਦਾ ਜੇ ਉਹ ਸੋਚਦਾ, ਉਹਦੀ ਸੋਚ ਆ ਵੀ ਇਹ ਰਿਵਾਰਡ ਹੋ ਜਾਣ ਤਾਂ ਸਾਡਾ ਨੰਬਰ ਆ ਸਕਦਾ। ਜਦ ਕਿ ਪੰਜਾਬ ਸਰਕਾਰ ਔਨ ਮੈਰਿਟ ਕਰ ਰਹੀ ਆ। ਜੋ ਵੀ ਹੁਣ ਵੀ ਉਹਨਾਂ ਨੇ ਮੈਰਿਟ ਸੂਚੀ ਜਾਰੀ ਕਰ ਦਿੱਤੀ, ਜਿਹੜੇ ਪੇਪਰ ਪਾਸ ਹੈਗੇ ਆ ਉਹਦੇ ਮੁਤਾਬਕ ਹੀ ਉਹਨਾਂ ਨੇ ਪ੍ਰਮੋਟ ਕਰਨੇ, ਪਹਿਲਾਂ ਵੀ ਪ੍ਰਮੋਟ ਕੀਤੇ ਆ। ਸਰਕਾਰ ਦੀ ਜ਼ਰੂਰਤ ਆ ਇਹ ਕਿ ਉਹ ਜਿਹੜੀਆਂ ਡਾਇਰੈਕਟ ਕੋਟੇ ਵਾਲੀਆਂ ਪੋਸਟਾਂ 47% ਆ, 198 ਦੇ ਵਿੱਚੋਂ ਕਰੀਬ ਲਗਭਗ ਉਹ 96-97 ਬਣ ਜਾਂਦੀਆਂ, ਉਹ ਭਰਨੀਆਂ। ਜੇ ਅੱਧੇ ਤੋਂ ਵੱਧ ਅੱਧ ਤੱਕ ਪੋਸਟਾਂ ਖਾਲੀ ਨਹੀਂ ਰਹਿ ਸਕਦੀਆਂ, ਸਰਕਾਰ ਦਾ ਕੰਮ ਨਹੀਂ ਚੱਲਣਾ। ਇਸ ਕਰਕੇ ਸਰਕਾਰ ਦੀ ਵੀ ਮਜਬੂਰੀ ਆ, ਪਰ ਸਾਡੇ ਬੰਦੇ ਕੁਆਲੀਫਾਈਡ ਆ। ਅਸੀਂ ਉਹਦੇ 'ਤੇ ਇਹੀ ਮਤਲਬ ਉਹਦਾ ਜਵਾਬ ਦੇ ਰਹੇ ਹਾਂ ਕਿ ਉਹ ਇਹ ਸ਼ਬਦ ਵਾਪਸ ਲੈ ਲਏ, ਮਾਫੀ ਮੰਗੇ। ਤੁਹਾਨੂੰ ਨਹੀਂ ਲੱਗਦਾ ਵੀ ਸੰਘਰਸ਼ ਤੁਹਾਡਾ ਕਮਜ਼ੋਰ ਹੋਊਗਾ ਇਸ ਚੀਜ਼ ਨਾਲ, ਜਿਹੜੀਆਂ ਤੁਹਾਡੀਆਂ ਰਹਿੰਦੀਆਂ ਮੰਗਾਂ ਬਣਾਉਣ ਦੇ ਲਈ? ਇਹਦੇ ਨਾਲ ਸਾਡੇ ਆਪਦੇ ਜਿਹੜੇ ਸਾਥੀਆਂ ਦੇ ਵਿੱਚ ਜਿਹੜੀ ਇਸ ਟਾਈਮ 'ਤੇ ਰੋਸ ਬਣਿਆ, ਉਹ ਇੱਕ ਸਾਡਾ ਜੋਸ਼ ਦਾ ਕਾਰਨ ਬਣੂਗਾ। ਸਾਡੇ 'ਚ ਮਜ਼ਬੂਤੀ ਆਏਗੀ ਸਰਕਾਰ ਦੇ ਖਿਲਾਫ ਲੜਨ ਦੀ। ਤੇ ਉਹ ਇੱਕ ਸ਼ਖਸ ਦੇ ਨਾਲ ਅਸੀਂ ਸਾਰੀ ਜਮਾਤ 'ਤੇ ਸਵਾਲ ਨਹੀਂ ਠਾ ਰਹੇ। ਅੱਜ ਮੈਂ ਸਪਸ਼ਟ ਕਲੀਅਰ ਕਰਦਾ ਕਿ ਅਸੀਂ ਕਾਨੂੰਗੋ ਸਾਰਿਆਂ 'ਤੇ ਜਾਂ ਪਟਵਾਰੀ ਸਾਰਿਆਂ 'ਤੇ ਕੋਈ ਸਾਰਿਆਂ 'ਤੇ ਨਹੀਂ ਠਾ ਰਹੇ, ਸਾਰੀ ਜਮਾਤ 'ਤੇ ਕੋਈ ਕੁਐਸਚਨ। ਉਹ ਜਿਹੜੇ ਕੁਛ ਬੰਦੇ ਹੈਗੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਵੀ ਕੀਤਾ, ਆਪਣੇ ਘਰ ਵੀ ਭਰੇ ਆ, ਉਹ ਅਰੈਸਟ ਵੀ ਹੋਏ ਆ, ਰੈੱਡ ਹੈਂਡਡ ਵੀ ਹੋਏ ਆ। ਤੇ ਅੱਗੇ ਵੀ ਸਰਕਾਰ ਦੀ ਪਾਲਿਸੀ ਹੈਗੀ ਵੀ ਨਹੀਂ ਛੱਡਣਾ ਹੈਗਾ। ਅਸੀਂ ਸਰਕਾਰ ਨਾਲ ਬਿਲਕੁਲ ਇਸ ਗੱਲ 'ਤੇ ਸਹਿਮਤ ਹੈਗੇ ਹਾਂ, ਜ਼ੀਰੋ ਟੋਲਰੈਂਸ ਰੱਖਣੀ ਚਾਹੀਦੀ ਆ। ਅਸੀਂ ਉਹਨੂੰ ਬਿਲਕੁਲ ਇਸ ਗੱਲ 'ਤੇ ਸਹਿਯੋਗ ਦੇ ਰਹੇ ਕਿ ਜਿਹੜਾ ਕਰਪਸ਼ਨ ਫਰੀ ਪੰਜਾਬ ਸਰਕਾਰ ਦਾ ਜਿਹੜਾ ਅਦਾਰਾ ਹੋਣਾ ਚਾਹੀਦਾ। ਸਰਕਾਰ ਨੇ ਆਪ ਮੰਨਿਆ, ਉਹਨਾਂ ਦੇ ਮੰਤਰੀ ਸਾਹਿਬਾਨ ਨੇ, ਮੁੱਖ ਮੰਤਰੀ ਸਾਹਿਬਾਨ ਨੇ, ਕਿ ਹੁਣ ਤਹਿਸੀਲਾਂ ਦੇ ਵਿੱਚ ਪਹਿਲਾਂ ਅਜਿਹੀ ਗੱਲ ਜਿਹੜੀ ਹੈ ਨਹੀਂ, ਲੋਕ ਮਤਲਬ ਆਪਣਾ ਕੰਮ ਸਮੇਂ ਸਿਰ ਔਰ ਬਿਨਾਂ ਕੋਈ ਪੈਸੇ ਦਿੱਤਾ ਕਰਾ ਕੇ ਲਿਜਾ ਰਹੇ ਨੇ। ਤੁਹਾਡੀ ਪੈਨਸ਼ਨ ਸਕੀਮ ਜਿਹੜੀ ਹੈ ਉਹ ਸਰਕਾਰ ਨੇ ਤਾਂ ਪੁਰਾਣੀ ਪੈਨਸ਼ਨ ਸਕੀਮ ਅਨਾਉਂਸ ਕੀਤੀ ਸੀ ਕਿ ਬਹਾਲ ਕਰਨੀ ਹੈ, ਤੇ ਲੀਕਾ ਕਿੱਥੇ ਹੈ, ਸਟੇਟ ਤੇ ਜਾਂ ਸੈਂਟਰ ਤੇ? ਇਹ ਇੱਕ ਤਰ੍ਹਾਂ ਦਾ ਨਾ ਸਿੰਪਲ ਚਿੱਠੀ ਆ, ਜਿਹਨੂੰ ਕਹਿ ਸਕਦੇ ਹਾਂ ਸਾਡਾ ਜਦੋਂ ਇਹ ਸੰਘਰਸ਼ ਚੱਲ ਰਿਹਾ ਹੁੰਦਾ ਸਰਕਾਰ ਤੇ ਮੁਲਾਜ਼ਮਾਂ ਦੇ ਵਿੱਚ ਇੱਕ ਲਿਖਤ ਕੰਪਰੋਮਾਈਜ਼ ਮੰਨਦੇ ਆ ਸਿਰਫ ਇਹਨੂੰ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰ ਰਹੇ ਹਾਂ, ਅਨਾਉਂਸਮੈਂਟ ਨੂੰ, ਇਸ ਚਿੱਠੀ ਨੂੰ। ਪਰੰਤੂ ਜਿੰਨੀ ਦੇਰ ਤੱਕ ਸਾਡੇ ਨਵੇਂ 2004 ਤੋਂ ਬਾਅਦ ਭਰਤੀ ਦਾ NPS ਤਹਿਤ ਫੰਡ ਕੱਟਣਾ ਬੰਦ ਨਹੀਂ ਹੁੰਦਾ, GPF ਦਾ ਜਿਹੜਾ ਅਕਾਊਂਟ ਨੰਬਰ ਜਾਰੀ ਹੋ ਕੇ ਉਹਦਾ ਕੱਟਣਾ ਸ਼ੁਰੂ ਨਹੀਂ ਹੁੰਦਾ, ਉਨੀ ਦੇਰ ਤੱਕ ਇਹ ਲਾਗੂ ਨਹੀਂ ਮੰਨੀ ਜਾ ਸਕਦੀ। ਉਹਦੇ ਲਈ ਕੋਈ ਨੋਟੀਫਿਕੇਸ਼ਨ ਕਲੀਅਰ ਨਹੀਂ ਆਇਆ ਕਿ ਇਹਨਾਂ ਦਾ NPS ਬੰਦ ਕਰ ਦਿਓ ਅਤੇ ਹੁਣ ਇਹਨਾਂ ਦਾ GPF ਕੱਟੋ। ਜਿਹੜਾ ਖੜੀ ਗੱਲ ਆ, ਸਰਕਾਰ ਨੇ ਆਪਣੇ ਵੱਲੋਂ
ਹੋਰ ਵੀ 3-4 ਸਰਕਾਰਾਂ ਨੇ ਜਿਹੜਾ ਮਤਲਬ ਅਨਾਉਂਸਮੈਂਟ ਕੀਤੀ ਸੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਹੈ, ਤੇ ਇਹਨਾਂ ਨੇ ਪਹਿਲਾ ਇਸ਼ੂ ਇਹ ਉਠਾਤਾ ਕਿ ਜਿਹੜਾ NPS ਤਹਿਤ 2004 ਤੋਂ ਬਾਅਦ ਮੁਲਾਜ਼ਮ ਦਾ ਪੈਸਾ ਕੱਟਿਆ ਗਿਆ ਹੈਗਾ ਜਿਹੜਾ ਕੇਂਦਰ ਸਰਕਾਰ ਦੀ ਏਜੰਸੀ ਨੇ, ਉਹ ਸਾਨੂੰ ਵਾਪਸ ਕਰੋ। ਜਦ ਕਿ ਸਾਨੂੰ ਵੀ ਇਹ ਪਤਾ ਕਿ ਹਜੇ ਇਮੀਡੀਏਟ ਰਿਟਾਇਰਮੈਂਟਾਂ ਇੰਨੀਆਂ ਨਹੀਂ ਹੈਗੀਆਂ, ਰਿਟਾਇਰਮੈਂਟਾਂ ਹਜੇ 5-10 ਸਾਲ 15 ਸਾਲ ਤੱਕ ਸ਼ੁਰੂ ਹੋਣੀਆਂ ਜਿਹੜੀਆਂ ਜ਼ਿਆਦਾ 2004 ਤੋਂ ਬਾਅਦ ਭਰਤੀ ਵਾਲੇ ਆ, ਪਰੰਤੂ ਸਰਕਾਰ ਉਸ ਦਾ ਬਹਾਨਾ ਲਾ ਕੇ ਪ੍ਰੋਪਰ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਰਹੀ। ਦੂਸਰਾ ਸਾਡਾ ਸਵਾਲ ਇਹ ਜੇ ਸਰਕਾਰ ਦੇ ਕਹੇ ਤੇ ਉਹ ਪੈਸਾ ਵਾਪਸ ਨਹੀਂ ਕਰਦੇ ਤੇ ਫਿਰ ਅਸੀਂ ਕਿਵੇਂ ਵਾਪਸ ਲੈ ਲਾਂਗੇ ਉਹ। ਤੁਸੀਂ ਪ੍ਰਮੋਸ਼ਨ ਦੀ ਗੱਲ ਕਰ ਰਹੇ ਹੋ, ਤੁਹਾਡਾ ਪ੍ਰਮੋਸ਼ਨ ਚੈਨਲ ਸੀਗਾ ਉਹ ਪਹਿਲਾਂ ਜਿਹੜਾ ਡਿਜੀਟਲ ਅੜਿੱਕਾ ਵੀ ਆਇਆ ਉਹਦੇ ਵਿੱਚ ਅੜਿੱਕਾ ਇਹ ਆ ਰਿਹਾ ਕਿ ਸਾਡਾ ਅਸੀਂ 2014 ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਟੋਟਲ ਸਬ ਡਿਵੀਜ਼ਨਾਂ ਉਹਦੇ ਵਿੱਚ ਇੱਕ ਸਬ ਡਿਵੀਜ਼ਨਲ ਅਸਿਸਟੈਂਟ ਦੀ ਪੋਸਟ ਹੁੰਦੀ ਸੀ ਜਿਹਨੂੰ ਅਸੀਂ ਅਪਗ੍ਰੇਡ ਕਰਾ ਕੇ ਸੁਪਰਡੈਂਟ ਗ੍ਰੇਡ 2 ਕਰਾਇਆ ਸੀ। ਇੱਕ ਉੱਥੇ ਸਟੈਨੋਟਾਈਪਰ ਦੀ ਪੋਸਟ ਸੀ ਜਿਹਨੂੰ ਅਪਗ੍ਰੇਡ ਕਰਾ ਕੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਕਰਾਇਆ ਸੀ। ਜਿਹੜੀ ਅਪਗ੍ਰੇਡ ਪੋਸਟ ਸੀ ਉਹ ਪੋਸਟ STA ਦੀ ਜਦੋਂ ਸੁਪਰਡੈਂਟ ਮਾਲ ਪ੍ਰਮੋਟ ਹੋਣਾ ਹੁੰਦਾ ਸੀ ਤੇ ਉੱਥੇ ਲੱਗਾ ਅਸਿਸਟੈਂਟ ਉਹਦੇ ਲਈ ਐਲੀਜੀਬਲ ਹੁੰਦਾ ਸੀ, ਉਹਦਾ ਐਕਸਪੀਰੀਅੰਸ ਮੰਨਿਆ ਜਾਂਦਾ ਸੀ। ਪਰੰਤੂ ਜਦੋਂ ਸਰਕਾਰ ਨੇ ਪੋਸਟ ਅਪਗ੍ਰੇਡ ਕੀਤੀ ਤਾਂ ਉਹ ਸੁਪਰਡੈਂਟ ਗ੍ਰੇਡ 2 ਪਹਿਲਾਂ ਕਰ ਦਿੱਤੀ, ਫਿਰ ਜੇ ਇੱਕ ਜ਼ਿਲ੍ਹੇ ਨੇ ਰਹਿਬਰੀ ਮੰਗੀ DC ਨੇ ਤਾਂ ਉਹ ਸੁਪਰਡੈਂਟ ਜਨਰਲ ਦੀ ਕਰ ਦਿੱਤੀ। ਤਾਂ ਉਦੋਂ ਅੱਗੇ ਆ ਕੇ ਜਦੋਂ ਅਸੀਂ ਇਹਨੂੰ ਜਸਟੀਫਾਈ ਕੀਤਾ ਕਿ ਸਾਡਾ ਤਾਂ ਮਹਿਕਮਾ ਹੀ ਰੈਵਨਿਊ ਆ, ਜਿਹੜਾ ਸਾਡਾ ਜਨਰਲ ਦਾ ਕੰਮ ਹੋਣਾ, ਜਿਹੜਾ ਸਾਡੀ ਐਸਟੈਬਲਿਸ਼ਮੈਂਟ ਦਾ ਕੰਮ ਆ, ਉਹਦਾ ਇੱਕ ਚੈਨਲ ਵੱਖਰਾ ਅਮਲਾ ਬ੍ਰਾਂਚ ਆ, ਸੁਪਰਡੈਂਟ ਜਨਰਲ ਆ, ਅਸਿਸਟੈਂਟ ਕਮਿਸ਼ਨਰ ਜਨਰਲ ਆ, ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਆ, ਅਤੇ ਲਾਸਟ DC ਉਹਨੂੰ ਫਾਈਨਲ ਕਰਦਾ। SDM ਕੋਲੇ ਇੱਕ ਜਵਾਬ ਤਲਬੀ ਕਰਨ ਦੀ ਪਾਵਰ ਵੀ ਨਹੀਂ ਹੈਗੀ, ਉਹ ਲਿਖ ਸਕਦਾ DC ਨੂੰ। ਇਸ ਕਰਕੇ ਐਸਟੈਬਲਿਸ਼ਮੈਂਟ ਦਾ ਕੰਮ ਜਨਰਲ ਦਾ ਉੱਧਰ ਆ, ਜਿਹੜੀ SDM ਦਫ਼ਤਰ ਦੇ ਵਿੱਚ ਪੋਸਟ ਆ ਉਹ ਸਾਡੀ ਸੁਪਰਡੈਂਟ ਰੈਵਨਿਊ ਦੀ ਮੰਨੀ ਜਾਵੇ। ਸਰਕਾਰ ਨੇ ਮੰਨਿਆ, ਉਹਦੀ ਚਿੱਠੀ ਜਾਰੀ ਕਰ ਦਿੱਤੀ, ਸੁਪਰਡੈਂਟ ਰੈਵਨਿਊ ਕਰ ਦਿੱਤਾ, ਪਰ ਜਿਸ ਦਿਨ ਤੋਂ 2021 ਦੇ ਵਿੱਚੋਂ ਜਾਰੀ ਕੀਤੀ ਉਸ ਦਿਨ ਤੋਂ ਉਹ ਚਿੱਠੀ ਜਾਰੀ ਕਰ ਦਿੱਤੀ। ਪੋਸਟ ਅਪਗ੍ਰੇਡ ਸੀ 2014 ਦੀ, ਉਹਦੇ ਨਾਲ ਸਾਡੇ ਹੀ ਮੁਲਾਜ਼ਮਾਂ ਦੇ ਵਿੱਚ ਇੱਕ ਡਿਸਪਿਊਟ ਖੜਾ ਕਰ ਦਿੱਤਾ ਵੀ ਜਿਹੜੇ ਪਹਿਲਾਂ ਪ੍ਰਮੋਟ ਹੋਏ ਸੀ ਉਹਨਾਂ ਨੂੰ ਹੁਣ ਸੁਪਰਡੈਂਟ ਜਨਰਲ ਮੰਨੋ ਤੇ ਜਿਹੜੇ ਬਾਅਦ ਵਾਲੇ ਉਹਨਾਂ ਨੂੰ ਸੁਪਰਡੈਂਟ ਰੈਵਨਿਊ ਮੰਨੋ। ਤੇ ਸੁਪਰਡੈਂਟ ਰੈਵਨਿਊ ਲਈ ਜਿਹੜੀਆਂ ਕੰਡੀਸ਼ਨਾਂ ਅਪਗ੍ਰੇਡ ਪੋਸਟ ਤੇ ਜਿਹੜੀਆਂ ਰੈਗੂਲਰ ਸੁਪਰਡੈਂਟ ਰੈਵਨਿਊ ਵਾਲੀਆਂ ਉਹ ਲਾ ਦਿੱਤੀਆਂ 1976 ਦੇ ਰੂਲਾਂ ਮੁਤਾਬਕ, ਜਿਹੜੀਆਂ ਕਿ ਉਹਨਾਂ ਤੇ ਲਾਗੂ ਨਹੀਂ ਹੋਣੀਆਂ ਬਣਦੀਆਂ ਸੀ। ਇੱਕ ਪ੍ਰਮੋਸ਼ਨਲ ਪੋਸਟ ਆ, ਇੱਕ ਅਪਗ੍ਰੇਡ ਪੋਸਟ ਆ, ਉਹ ਸੀਨੀਅਰਟੀ ਤੇ ਹੀ ਫਾਈਨਲ ਹੋਣੀ ਚਾਹੀਦੀ ਸੀ। ਉਹਦੇ 'ਚ ਹਾਈ ਕੋਰਟ ਦੇ ਵਿੱਚ ਇੱਕ ਜ਼ਿਲ੍ਹੇ ਦੇ ਲੋਕ ਗਏ, ਪਰੰਤੂ ਉਹਦੇ ਵਿੱਚ ਕੋਈ ਮਾਨਯੋਗ ਅਦਾਲਤ ਵੱਲੋਂ ਸਟੇ ਸਾਡੇ ਸਾਹਮਣੇ ਨਹੀਂ ਆਇਆ, ਪਰੰਤੂ FCR ਵੱਲੋਂ ਉਹ ਪ੍ਰਮੋਸ਼ਨਾਂ ਸਾਰੀਆਂ ਹੀ ਬੰਦ ਕਰਤੀਆਂ। ਸੁਪਰਡੈਂਟ ਜਨਰਲ ਦੀਆਂ ਵੀ ਜਿਹੜੀਆਂ ਸਦਰ ਦਫ਼ਤਰ 'ਤੇ ਸੀ ਜਾਂ ਸਬ ਡਿਵੀਜ਼ਨ 'ਤੇ ਸੀ, ਉਹ ਸਾਰੀਆਂ ਪਿਛਲੇ 1.5 ਸਾਲ ਤੋਂ ਸੁਪਰਡੈਂਟ ਗ੍ਰੇਡ 2 ਦੀਆਂ ਪ੍ਰਮੋਸ਼ਨਾਂ ਬੰਦ ਹੋ ਗਈਆਂ, ਜਿਹਦੇ ਨਾਲ ਸਾਡੇ ਬੰਦੇ ਬਿਨਾਂ ਮਤਲਬ ਪ੍ਰਮੋਟ ਹੋਇਆ ਰਿਟਾਇਰਮੈਂਟ 'ਤੇ ਜਾ ਰਹੇ ਨੇ। ਠੀਕ ਹੈ, ਥੈਂਕ ਯੂ ਸਰ।